But those who want this, ਪਰ ਜੋ ਇਸ ਦੀ ਮੰਗ ਕਰਦੇ ਹਨ they are trying to catch that. ਉਹ ਕੋਸ਼ਿਸ਼ ਕਰ ਰਹੇ ਹਨ ਇਸ ਸੰਦੇਸ਼ ਨੂੰ ਫੜ ਲਿਆ ਜਾਵੇ। Yes, they are trying. Now listen carefully. ਹੁਣ ਧਿਆਨ ਨਾਲ ਸੁਣੋ। Those things which started in book of Genesis, ਉਹ ਸਭ ਚੀਜ਼ਾਂ ਜੋ ਉਤਪਤੀ ਕਿਤਾਬ ਵਿੱਚ ਸ਼ੁਰੂ ਹੋਈਆਂ they are still here on this earth in another name and in another form, but the same spirit that began in Genesis, ਉਹ ਅੱਜ ਵੀ ਧਰਤੀ ਤੇ ਹਨ, ਕਿਸੇ ਹੋਰ ਨਾਮ ਨਾਲ, ਕਿਸੇ ਹੋਰ ਰੂਪ ਵਿੱਚ, ਪਰ ਉਹੀ ਆਤਮਾ ਹੈ ਜੋ ਉਤਪਤ ਵਿੱਚ ਸ਼ੁਰੂ ਹੋਇਆ। bring it out and it's just like a tree growing, coming up to the head. ਇਹ ਬਾਹਰ ਆਉਂਦਾ ਹੈ ਅਤੇ ਇੱਕ ਰੁੱਖ ਦੀ ਤਰ੍ਹਾਂ ਵੱਧਦਾ ਹੈ ਅਤੇ ਆਪਣੇ ਸਿਰ ਨੂੰ ਕੱਟਦਾ ਹੈ। Where it will all come to a climax in the end. ਚੋਟੀ। ਅਤੇ ਅਖੀਰਕਾਰ ਇਨਾਂਤ ਦੇ ਦਿਨਾਂ ਵਿੱਚ ਉਹ ਆਪਣੀ ਚੋਟੀ ਤੇ ਪਹੁੰਚ ਜਾਵੇਗਾ। For the great judgment of God, ਤਾਂ ਜੋ ਖੁਦਾ ਦੇ ਉਸ ਨਿਆਂ ਦੇ ਅੱਗੇ ਖੜਾ ਹੋਵੇ, where he will settle all things. ਜਿੱਥੇ ਉਹ ਉਹਨਾਂ ਸਭਨਾ ਚੀਜ਼ਾਂ ਨੂੰ ਸਿੱਧ ਕਰੇਗਾ, ਜਾਂ ਨਿਬੇੜੇਗਾ। ਇਹਨਾਂ ਸਭਨਾ ਚੀਜ਼ਾਂ ਨੂੰ ਨਿਆਂ ਦੇ ਨਿਬੇੜੇਗਾ। ਦਿਨ ਸਾਰੀਆਂ ਚੀਜ਼ਾਂ ਦਾ ਖੁਦਾ ਨਿਬੇੜਾ ਕਰੇਗਾ। And all that had beginning will have an end. ਅਤੇ ਉਹ ਸਭ ਚੀਜ਼ਾਂ ਜਿਨ੍ਹਾਂ ਦੀ ਸ਼ੁਰੂਆਤ ਹੋਈ ਉਹਨਾਂ ਦਾ ਅੰਤ ਹੋ ਜਾਵੇਗਾ। Just those things which had not beginning has no end. ਪਰ ਉਹੀ ਚੀਜ਼ਾਂ ਠਹਿਰਨਗੀਆਂ ਜਿਨ੍ਹਾਂ ਦਾ ਨਾ ਸ਼ੁਰੂਆਤ ਹੈ ਅਤੇ ਨਾ ਅੰਤ। Those things which has beginning have an end. ਉਹ ਚੀਜ਼ਾਂ ਜਿਨ੍ਹਾਂ ਦੀ ਸ਼ੁਰੂਆਤ ਹੋਈ ਉਹਨਾਂ ਦਾ ਅੰਤ ਵੀ ਹੈ। But the things which has no beginning has no end. ਪਰ ਉਹ ਚੀਜ਼ਾਂ ਜਿਨ੍ਹਾਂ ਦੀ ਨਾ ਕੋਈ ਸ਼ੁਰੂਆਤ ਹੈ ਉਹਨਾਂ ਦਾ ਨਾ ਹੀ ਅੰਤ ਹੈ। That's why the born again Christian has never an end. ਇਸੇ ਕਾਰਨ ਇੱਕ ਨਵਾਂ ਜਨਮ ਪਾਏ ਹੋਏ ਵਿਸ਼ਵਾਸੀ ਦਾ ਅੰਤ ਨਹੀਂ ਹੈ। You know why? ਤੁਸੀਂ ਜਾਣਦੇ ਹੋ ਕਿਉਂ? Because you don't have the beginning. ਕਿਉਂ ਜੋ ਤੁਹਾਡੀ ਕੋਈ ਸ਼ੁਰੂਆਤ ਨਹੀਂ ਹੈ। Yeah. You don't have the beginning. ਤੁਹਾਡੀ ਸ਼ੁਰੂਆਤ ਨਹੀਂ ਹੈ। You are eternal. ਤੁਸੀਂ ਅਨੰਤ ਹੋ। And eternity has no end. ਅਤੇ ਅਨੰਤਤਾ ਦਾ ਕੋਈ ਅੰਤ ਨਹੀਂ ਹੈ। Yes, because he has eternal life. ਹਾਂ, ਕਿਉਂ ਜੋ ਉਸ ਕੋਲ ਅਨੰਤ ਜੀਵਨ A ਹੈ। believer has eternal life. ਇੱਕ ਵਿਸ਼ਵਾਸੀ ਦੇ ਕੋਲ ਅਨੰਤ ਜੀਵਨ ਹੁੰਦਾ And ਹੈ। eternal life is a part of God's own life. ਅਤੇ ਅਨੰਤ ਜੀਵਨ ਖੁਦਾ ਦੇ ਆਪਣੇ ਜੀਵਨ ਦਾ ਇੱਕ ਹਿੱਸਾ ਹੈ। Yes, if you are a believer of God, ਜੇਕਰ ਤੁਸੀਂ ਖੁਦਾ ਦੇ ਇੱਕ ਵਿਸ਼ਵਾਸੀ ਹੋ if you are born again Christian, ਅਤੇ ਤੁਸੀਂ ਨਵਾਂ ਜਨਮ ਪਾਏ ਹੋਏ you ਹੋ, have become the son of God. ਤੁਸੀਂ ਖੁਦਾ ਦੇ ਪੁੱਤਰ ਬਣੇ ਹੋ, And you have the part of eternal life. ਤਾਂ ਤੁਹਾਡੇ ਕੋਲ ਉਸ ਅਨੰਤਤਾ ਦਾ ਹਿੱਸਾ Then ਹੈ। you have no end. ਫਿਰ ਤੁਹਾਡਾ ਕੋਈ ਅੰਤ ਨਹੀਂ, Because you didn't have a beginning. ਕਿਉਂ ਜੋ ਤੁਹਾਡੀ ਕੋਈ ਸ਼ੁਰੂਆਤ ਨਹੀਂ ਹੋਈ। Yeah, you are eternal. ਤੁਸੀਂ ਅਨੰਤ ਹੋ And eternity has no end. ਅਤੇ ਅਨੰਤਤਾ ਦਾ ਕੋਈ ਅੰਤ ਨਹੀਂ ਹੈ। That's the quality of the Son of God. ਇਹ ਹੈ ਖੁਦਾ ਦੇ ਪੁੱਤਰ ਦਾ ਖੁਦਾ ਦੇ ਪੁੱਤਰ ਦੀ ਸ਼੍ਰੇਸ਼ਠਤਾ। Yes, you are the eternal person. ਤੁਸੀਂ ਇੱਕ ਅਨੰਤ ਵਿਅਕਤੀ ਹੋ That's why you are not going to end. ਜੋ ਕਦੇ ਜਿਸ ਦਾ ਅੰਤ ਨਹੀਂ ਹੋਵੇਗਾ। The things will be ended. ਇਹ ਉਹ ਸਭ ਚੀਜ਼ਾਂ ਦਾ ਅੰਤ ਹੋ ਜਾਵੇਗਾ। Science will be ended. ਵਿਗਿਆਨ ਦਾ ਅੰਤ ਹੋ ਜਾਵੇਗਾ। Art will be ended. Arts. ਅਤੇ ਕਲਾਕ੍ਰਿਤੀ ਦਾ ਅੰਤ ਹੋ ਜਾਵੇਗਾ। Everything will be ended. ਹਰ ਇੱਕ ਚੀਜ਼ ਦਾ ਅੰਤ ਹੋ ਜਾਵੇਗਾ। Knowledge will be ended. ਗਿਆਨ ਮੁੱਕ ਜਾਵੇਗਾ। Beauty will be ended. ਸੁੰਦਰਤਾ ਖਤਮ ਹੋ ਜਾਵੇਗੀ। Money will be ended. ਪੈਸਾ ਮੁੱਕ ਜਾਵੇਗਾ। Everything you collect on this earth will be ended. ਹਰ ਚੀਜ਼ ਜੋ ਤੁਸੀਂ ਧਰਤੀ ਤੇ ਜਮਾ ਕਰਦੇ ਹੋ, But the life which is in you, ਪਰ ਉਹ ਜੀਵਨ ਜੋ ਤੁਹਾਡੇ ਵਿੱਚ ਹੈ it will never end. ਉਹ ਕਦੇ ਵੀ ਅੰਤ ਨਹੀਂ ਹੋਵੇਗਾ। Because it's from God. ਕਿਉਂ ਜੋ ਇਹ ਖੁਦਾ ਤੋਂ ਹੈ। Yes. For God is eternal. ਕਿਉਂ ਜੋ ਖੁਦਾ ਅਨੰਤ ਹੈ। And the same word, ਅਤੇ ਉਹੀ ਵਚਨ Greek word joy, that says God's life. ਯੂਨਾਨੀ ਸ਼ਬਦ ਜ਼ੋਏ ਜਿਸ ਦਾ ਮਤਲਬ ਹੈ ਖੁਦਾ ਦਾ ਜੀਵਨ। When Jesus speaks and said, I give unto them eternal life. ਜਦੋਂ ਯੀਸ਼ੂ ਬੋਲਿਆ ਤੇ ਉਸਨੇ ਆਖਿਆ
ਕਿ ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ, that same word is used again. ਤਾਂ ਉਹੀ ਵਚਨ ਦਾ ਦੁਬਾਰਾ ਇਸਤੇਮਾਲ ਹੁੰਦਾ ਹੈ। Therefore, a man being born again, his spirit has been changed. ਤਾਂ ਇਸ ਦਾ ਮਤਲਬ ਕਿ ਇੱਕ ਮਨੁੱਖ ਜਿਸ ਨੇ ਨਵਾਂ ਜਨਮ ਪਾਇਆ ਹੈ ਉਸ ਦਾ ਆਤਮਾ ਬਦਲ ਜਾਂਦਾ ਹੈ। A person who is born again, ਉਹ ਵਿਅਕਤੀ ਜਿਸ ਨੇ ਨਵਾਂ ਜਨਮ ਪਾਇਆ his spirit is changed. ਉਸ ਦਾ ਆਤਮਾ ਬਦਲ ਜਾਂਦਾ ਹੈ, And the spirit is the nature of man. ਅਤੇ ਆਤਮਾ ਮਨੁੱਖ ਦਾ ਸੁਭਾਅ ਹੈ। And if you are born again, ਅਤੇ ਜੇਕਰ ਤੁਸੀਂ ਦੁਬਾਰਾ ਜਨਮ ਪਾਇਆ ਹੈ your spirit will be changed. ਤਾਂ ਤੁਹਾਡਾ ਆਤਮਾ ਬਦਲ Your ਜਾਵੇਗਾ, nature will be changed. ਤੁਹਾਡਾ ਸੁਭਾਅ ਬਦਲ ਜਾਵੇਗਾ। If you are not born again, ਜੇਕਰ ਤੁਸੀਂ ਨਵਾਂ ਜਨਮ ਨਹੀਂ your ਪਾਇਆ nature will be the same. ਤਾਂ ਤੁਹਾਡਾ ਸੁਭਾਅ ਉਹੀ ਰਹੇਗਾ। You know what is the death? ਤੁਸੀਂ ਜਾਣਦੇ ਹੋ ਕਿ ਮੌਤ ਕੀ ਹੈ? You understand? ਇਸ ਨੂੰ ਸਮਝੋ। I am not talking about the physical death. ਮੈਂ ਸਰੀਰਕ ਮੌਤ ਦੀ ਗੱਲ ਨਹੀਂ ਕਰਦਾ, I am talking about spiritual death. ਮੈਂ ਉਸ ਆਤਮਿਕ ਮੌਤ ਦੀ ਗੱਲ ਕਰ ਰਿਹਾ ਹਾਂ। When you baptize, ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ, baptize means immerse in water. ਬਪਤਿਸਮੇ ਦਾ ਮਤਲਬ ਹੈ ਪਾਣੀ ਵਿੱਚ ਜਾਣਾ, Dobna. ਪਾਣੀ ਵਿੱਚ ਡੋਬਣਾ, Or to bury in the water. ਜਾਂ ਫਿਰ ਪਾਣੀ ਵਿੱਚ ਦਫਨਾ ਦੇਣਾ। And if you bury in the water, ਅਤੇ ਜੇਕਰ ਤੁਸੀਂ ਪਾਣੀ ਵਿੱਚ ਦਫਨਾਏ ਜਾਂਦੇ ਹੋ, means you are dead. ਇਸ ਦਾ ਮਤਲਬ ਹੈ ਤੁਸੀਂ ਮਰ ਜਾਂਦੇ ਹੋ। Dead from what? ਕਿਸ ਚੀਜ਼ ਤੋਂ ਮਰਦੇ ਹੋ? From the worldly things. ਸੰਸਾਰ ਦੀਆਂ ਚੀਜ਼ਾਂ ਤੋਂ। Yes. You are buried. You are dead from the worldly life. ਤੁਸੀਂ ਸੰਸਾਰਿਕ ਜੀਵਨ ਤੋਂ ਦੱਬੇ ਜਾਂਦੇ ਹੋ, ਮਾਰੇ ਜਾਂਦੇ ਹੋ। You are buried from taking wrong decision. ਤੁਸੀਂ ਗਲਤ ਫੈਸਲੇ ਲੈਣ ਤੋਂ ਦੱਬੇ ਜਾਂਦੇ ਹੋ। You are dead and buried from wrong choice. ਤੁਸੀਂ ਗਲਤ ਫੈਸਲਿਆਂ ਤੋਂ ਮਾਰੇ ਜਾਂਦੇ ਹੋ, ਦੱਬੇ ਜਾਂਦੇ ਹੋ। Yes. Everything is dead in your life, ਹਰ ਚੀਜ਼ ਤੁਹਾਡੇ ਜੀਵਨ ਵਿੱਚ ਮਾਰ ਦਿੱਤੀ which ਜਾਂਦੀ ਹੈ, was contrary to the word. ਜੋ ਵਚਨ ਦੇ ਖਿਲਾਫ ਹੁੰਦੀ ਹੈ। And when you are dead, ਅਤੇ ਜਦੋਂ ਤੁਸੀਂ ਮਰ ਜਾਂਦੇ ਹੋ, what's happening next? ਉਸ ਤੋਂ ਬਾਅਦ ਕੀ ਹੁੰਦਾ ਹੈ? It's the birth of new man. ਇੱਕ ਨਵੇਂ ਮਨੁੱਖ ਦਾ ਜਨਮ। When you are dead and buried into water, ਜਦੋਂ ਤੁਸੀਂ ਪਾਣੀ ਵਿੱਚ ਦਫਨਾਏ ਜਾਂਦੇ ਮਰਦੇ ਹੋ, it's the birth of new man. ਇੱਕ ਨਵੇਂ ਮਨੁੱਖ ਦਾ ਇਹ ਜਨਮ ਲੈਂਦਾ ਹੈ। When you took birth from the womb of your mother, ਜਦੋਂ ਤੁਸੀਂ ਆਪਣੀ ਮਾਂ ਦੀ ਕੁੱਖ ਤੋਂ ਜਨਮ ਲਿਆ, it was the birth of child. ਇਹ ਇੱਕ ਬੱਚੇ ਦਾ ਜਨਮ ਸੀ। You understand that? ਤੁਸੀਂ ਇਸ ਨੂੰ ਸਮਝਦੇ ਹੋ? When you took birth from your mother, ਜਦੋਂ ਤੁਸੀਂ ਆਪਣੀ ਮਾਂ ਤੋਂ ਜੰਮੇ, it was birth of child. ਇਹ ਇੱਕ ਬੱਚੇ ਦਾ ਜਨਮ But ਹੋਇਆ। when you are born in spirit, ਪਰ ਜਦੋਂ ਤੁਸੀਂ ਆਤਮਾ ਤੋਂ ਜੰਮਦੇ ਹੋ, it's the birth of a man. ਇਹ ਇੱਕ ਮਨੁੱਖ ਦਾ ਜਨਮ ਹੁੰਦਾ ਹੈ। Because after you get birth, ਕਿਉਂ ਜੋ ਜਨਮ ਲੈਣ ਤੋਂ ਬਾਅਦ you become a responsible person. ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਬਣ ਜਾਂਦੇ You ਹੋ। become a responsible believer. ਤੁਸੀਂ ਇੱਕ ਆਗਿਆਕਾਰ ਵਿਸ਼ਵਾਸੀ ਬਣਦੇ ਹੋ। You just not coming to church and going back to your home, ਤੁਸੀਂ ਚਰਚ ਵਿੱਚ ਸਿਰਫ ਆ ਕੇ ਮੁੜ ਨਹੀਂ ਜਾਂਦੇ, working and earning money and sleeping and eating. ਬਸ ਪੈਸਾ ਕਮਾਉਂਦੇ, ਖਾਂਦੇ ਪੀਂਦੇ, ਸੌਂਦੇ ਜਾਗਦੇ। It's not the quality of a responsible person. ਇਹ ਇੱਕ ਜ਼ਿੰਮੇਵਾਰ ਵਿਅਕਤੀ ਦਾ ਚਰਿੱਤਰ ਨਹੀਂ ਹੈ। But when you take stand with the truth of the word, ਪਰ ਜਦੋਂ ਤੁਸੀਂ ਵਚਨ ਦੀ ਸੱਚਾਈ ਨਾਲ ਖੜੇ ਹੁੰਦੇ ਹੋ, then you become a man. ਫਿਰ ਤੁਸੀਂ ਇੱਕ ਮਨੁੱਖ ਬਣਦੇ ਹੋ। You know, in the Bible, ਤੁਸੀਂ ਜਾਣਦੇ ਹੋ ਕਿ ਬਾਈਬਲ ਦੇ ਵਿੱਚ God is not saying everybody man. ਖੁਦਾ ਹਰ ਕਿਸੇ ਨੂੰ ਮਨੁੱਖ ਨਹੀਂ ਆਖਦਾ। No, no. ਨਹੀਂ ਨਹੀਂ ਨਹੀਂ, He always call man to a prophet only. ਉਹ ਸਿਰਫ ਇੱਕ ਨਬੀ ਨੂੰ ਮਨੁੱਖ ਆਖਦਾ ਹੈ। You know why the prophets are called man? ਤੁਸੀਂ ਜਾਣਦੇ ਹੋ ਕਿ ਨਬੀ ਨੂੰ ਮਨੁੱਖ ਕਿਉਂ ਆਖਿਆ ਜਾਂਦਾ ਹੈ? Because the prophet is the responsible person to the truth of the word. ਕਿਉਂ ਜੋ ਨਬੀ ਹੀ
ਖੁਦਾ ਦੇ ਵਚਨ ਦੀ ਸਚਾਈ ਦੇ ਪ੍ਰਤੀ ਇੱਕ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ। Yes, because every person who is born on this earth, they are just a person, but one who takes responsibility of the truth of the word, they are called man in the sight of God. ਕਿਉਂਕਿ ਹਰ ਇੱਕ ਵਿਅਕਤੀ ਜੋ ਇੱਥੇ ਜਨਮ ਲੈਂਦਾ ਹੈ ਉਹ ਇੱਕ ਵਿਅਕਤੀ ਹੀ ਹੈ, ਪਰ ਜਦੋਂ ਉਹ ਵਚਨ ਦੀ ਸਚਾਈ ਨਾਲ ਖੜਾ ਹੁੰਦਾ ਹੈ ਫਿਰ ਉਸ ਨੂੰ ਮਨੁੱਖ ਆਖਿਆ ਜਾਂਦਾ ਹੈ। Yes. Gird your waist like man. ਇੱਕ ਮਨੁੱਖ ਦੀ ਤਰ੍ਹਾਂ ਆਪਣੀ ਕਮਰ ਨੂੰ ਮਰਦ ਦੀ ਤਰ੍ਹਾਂ, ਇੱਕ ਮਰਦ ਦੀ ਤਰ੍ਹਾਂ ਆਪਣੀ ਕਮਰ ਨੂੰ ਕੱਸ। God is talking to believer. ਖੁਦਾ ਵਿਸ਼ਵਾਸੀਆਂ ਨਾਲ ਗੱਲ ਕਰਦਾ ਹੈ। And if you are born again, ਅਤੇ ਜੇਕਰ ਤੁਸੀਂ ਨਵਾਂ ਜਨਮ ਪਾਉਂਦੇ ਹੋ, this is not the birth of child. ਇਹ ਕਿਸੇ ਬੱਚੇ ਦਾ ਜਨਮ ਨਹੀਂ। Maybe it's a type of child, ਹੋ ਸਕਦਾ ਹੈ ਇੱਕ ਬੱਚੇ ਦੀ ਤਸਵੀਰ ਹੋਵੇ, but it's not a child. ਪਰ ਇਹ ਇੱਕ ਬੱਚਾ ਨਹੀਂ ਹੈ। It's a birth of a man. ਇਹ ਇੱਕ ਮਨੁੱਖ ਦਾ ਜਨਮ ਹੈ। Because after you get birth, ਕਿਉਂ ਜੋ ਜਨਮ ਲੈਣ ਤੋਂ ਬਾਅਦ God give you the responsibility. ਖੁਦਾ ਤੁਹਾਨੂੰ ਜ਼ਿੰਮੇਵਾਰੀਆਂ ਦਿੰਦਾ ਹੈ। God give you this Bible. ਖੁਦਾ ਤੁਹਾਨੂੰ ਇਹ ਬਾਈਬਲ ਦਿੰਦਾ ਹੈ। There are many in the lines. ਅੱਜ ਲਾਈਨਾਂ ਵਿੱਚ ਬਹੁਤ ਹਨ They are holding the Bible, ਜੋ ਬਾਈਬਲ ਨੂੰ ਫੜੇ ਹੋਏ ਹਨ, but they are not responsible of this word. ਪਰ ਉਹ ਇਸ ਵਚਨ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹਨ। If they are not responsible, ਜੇਕਰ ਉਹ ਜ਼ਿੰਮੇਵਾਰ ਨਹੀਂ ਹਨ, they are not man in the sight of God. ਫਿਰ ਉਹ ਖੁਦਾ ਦੀ ਨਜ਼ਰ ਵਿੱਚ ਮਨੁੱਖ ਨਹੀਂ ਹਨ। No, no. The man is he who holds this word with the clean hand. ਖੁਦਾ ਦੀ ਨਜ਼ਰ ਵਿੱਚ ਮਨੁੱਖ ਉਹ ਹੈ ਜੋ ਇਸ ਵਚਨ ਨੂੰ ਸਾਫ਼ ਸੁਥਰੇ ਹੱਥਾਂ ਨਾਲ ਲੈਂਦਾ ਹੈ। Yes, are you understanding? ਕੀ ਤੁਸੀਂ ਸਮਝ ਰਹੇ ਹੋ? Let me go forth. ਆਓ ਮੈਂ ਅੱਗੇ ਵਧਦਾ ਹਾਂ। I had to preach many things, but the Spirit has given me this revelation to speak with you. ਮੈਂ ਬਹੁਤੀਆਂ ਚੀਜ਼ਾਂ ਤੇ ਗੱਲ ਕਰਨੀ ਹੈ, ਪਰ ਆਤਮਾ ਨੇ ਮੈਨੂੰ ਇਸ ਸਮੇਂ ਇਹਨਾਂ ਚੀਜ਼ਾਂ ਦਾ ਪ੍ਰਕਾਸ਼ਨ ਦਿੱਤਾ And ਹੈ I will speak what the Spirit is leading to me. ਅਤੇ ਮੈਂ ਉਹੀ ਪ੍ਰਚਾਰ ਕਰਾਂਗਾ ਜਿਸ ਦੇ ਪ੍ਰਤੀ ਆਤਮਾ ਮੇਰੀ ਅਗਵਾਈ ਕਰਦਾ ਹੈ। Yeah, let me say that. ਆਓ ਮੈਂ ਅੱਗੇ ਵਧਦਾ ਹਾਂ। Therefore, a man being born again, his spirit has been changed. ਇਸ ਲਈ ਇੱਕ ਮਨੁੱਖ ਜਦੋਂ ਨਵਾਂ ਜਨਮ ਪਾਉਂਦਾ ਹੈ ਤਾਂ ਉਸਦਾ ਆਤਮਾ ਬਦਲ ਜਾਂਦਾ ਹੈ And he becomes a part of God. ਅਤੇ ਉਹ ਖੁਦਾ ਦਾ ਹਿੱਸਾ ਬਣ ਜਾਂਦਾ ਹੈ। And when you become the part of God, ਅਤੇ ਜਦੋਂ ਤੁਸੀਂ ਖੁਦਾ ਦੇ ਹਿੱਸਾ ਬਣਦੇ ਹੋ, you don't have an end. ਫਿਰ ਤੁਹਾਡਾ ਕੋਈ ਅੰਤ ਨਹੀਂ, You are eternal. ਤੁਸੀਂ ਅਨੰਤ ਹੋ। Do you feel that you are eternal? ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਸੀਂ ਅਨੰਤ ਹੋ? Your connection is with eternity. ਤੁਹਾਡਾ ਸੰਪਰਕ ਅਨੰਤਤਾ ਨਾਲ ਹੈ। Yes, if you are eternal, ਜੇਕਰ ਤੁਸੀਂ ਅਨੰਤ ਹੋ, don't never worry about the things of the world. ਤਾਂ ਸੰਸਾਰ ਦੀਆਂ ਚੀਜ਼ਾਂ ਦੀ ਕਦੇ ਵੀ ਕਿਸੇ ਵੀ ਤਰ੍ਹਾਂ ਦੀ Chinta na karo. ਚਿੰਤਾ ਨਾ ਕਰੋ, Never ever. ਕਦੇ ਵੀ ਨਹੀਂ, Because you are eternal. ਕਿਉਂ ਜੋ ਤੁਸੀਂ ਅਨੰਤ ਹੋ, You are the part of God. ਤੁਸੀਂ ਖੁਦਾ ਦਾ ਹਿੱਸਾ ਹੋ। And I want to tell you something. ਅਤੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। You are a supreme power over this world. Yeah. Sarvottam Shakti. ਤੁਸੀਂ ਇਸ ਸੰਸਾਰ ਦੇ ਉੱਪਰ ਇੱਕ ਸਰਵੋਤਮ ਸ਼ਕਤੀ ਹੋ। Is there any chance or any point to afraid of anybody? ਫਿਰ ਕੀ ਤੁਹਾਡੇ ਅੱਗੇ ਕੋਈ ਐਸਾ ਮੌਕਾ ਹੋਵੇਗਾ ਕਿ ਤੁਸੀਂ ਕਿਸੇ ਤੋਂ ਡਰੋ? No, no, no. ਨਹੀਂ ਨਹੀਂ ਨਹੀਂ। God is not fear God. ਖੁਦਾ ਡਰਦਾ ਖੁਦਾ ਨਹੀਂ ਹੈ। Yes, he is not God of fear. ਉਹ ਡਰਦਾ ਖੁਦਾ ਨਹੀਂ ਹੈ। He is a brave God. ਉਹ ਇੱਕ ਦਲੇਰ ਖੁਦਾ ਹੈ। He is mighty in battle. ਉਹ ਜੰਗ ਯੁੱਧ ਵਿੱਚ ਬਲੀ ਹੈ। Let me say it again. ਆਓ ਮੈਂ ਇਸ ਨੂੰ ਦੁਬਾਰਾ ਆਖਦਾ ਹਾਂ। He is mighty in battle. ਉਹ ਯੁੱਧ ਵਿੱਚ ਬਲੀ ਹੈ। And you have that part in you. ਅਤੇ ਉਸ ਦਾ ਉਹ ਹਿੱਸਾ ਤੁਹਾਡੇ ਵਿੱਚ ਵੀ ਹੈ।
And if you have that part in you, ਅਤੇ ਜੇਕਰ ਉਹ ਹਿੱਸਾ ਤੁਹਾਡੇ ਵਿੱਚ ਹੈ I can say you are mighty in battle. ਤਾਂ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਵੀ ਯੁੱਧ ਵਿੱਚ ਬਲੀ ਹੋ। No worry what circumstances are coming in your way. ਇਸ ਤੋਂ ਕੋਈ ਮਤਲਬ ਨਹੀਂ ਤੁਹਾਡੀ ਜ਼ਿੰਦਗੀ ਵਿੱਚ ਕੈਸੇ ਵੀ ਹਾਲਾਤ ਹੋਣ, No worry. ਕੋਈ ਮਤਲਬ ਨਹੀਂ, You are mighty in battle. ਤੁਸੀਂ ਯੁੱਧ ਵਿੱਚ ਬਲੀ ਹੋ। My brothers and sisters, ਮੇਰਿਓ ਭਾਈਓ ਅਤੇ ਭੈਣੋ, you are not common people. ਤੁਸੀਂ ਆਮ ਲੋਕ ਨਹੀਂ ਹੋ, You are peculiar people. ਤੁਸੀਂ ਖੁਦਾ ਦੇ ਖਾਸ ਲੋਕ ਹੋ, You are elected people. ਤੁਸੀਂ ਖੁਦਾ ਦੇ ਚੁਣੇ ਹੋਏ You ਲੋਕ are ਹੋ, the part of God. ਤੁਸੀਂ ਖੁਦਾ ਦਾ ਹਿੱਸਾ You ਹੋ, are the bone of his bone, ਤੁਸੀਂ ਉਸ ਦੀ ਹੱਡੀ ਵਿੱਚੋਂ ਹੱਡੀ flesh ਹੋ, of his flesh, ਉਸ ਦੇ ਮਾਸ ਵਿੱਚੋਂ ਮਾਸ ਹੋ, blood of his ਉਸ blood, ਦੇ ਲਹੂ ਵਿੱਚੋਂ spirit ਲਹੂ ਹੋ, of his spirit. ਉਸ ਦੇ ਆਤਮਾ ਵਿੱਚੋਂ ਆਤਮਾ ਹੋ। In God there is no fear, ਖੁਦਾ ਦੇ ਵਿੱਚ ਕੋਈ ਡਰ ਨਹੀਂ ਹੈ and the same nature is in you. ਅਤੇ ਉਹੀ ਸੁਭਾਅ ਤੁਹਾਡੇ ਵਿੱਚ ਹੈ। Amen. ਆਮੀਨ। That's the quality of a real church. ਇਹ ਹੈ ਇੱਕ ਅਸਲ ਕਲੀਸਿਆ ਦੀ ਗੁਣਵੱਤਾ, That's the quality of the church. ਇੱਕ ਅਸਲ ਕਲੀਸਿਆ ਦੀ ਗੁਣਵੱਤਾ ਹੈ। Because Shadrach, Meshach and Abednego, ਕਿਉਂ ਜੋ ਸਦਰਕ ਮੇਸ਼ਕ ਅਤੇ ਅਬੇਦਨਗੋ physically they were captive. ਸਰੀਰਕ ਰੂਪ ਵਿੱਚ ਤਾਂ ਉਹ ਕੈਦੀ ਸਨ They were slaves. ਅਤੇ ਉਹ ਮਜ਼ਦੂਰ ਗੁਲਾਮ ਹਨ, ਉਹ ਗੁਲਾਮ ਸਨ, They were slaves. ਉਹ ਗੁਲਾਮ ਸਨ। But in their spirit, ਪਰ ਆਤਮਾ ਦੇ ਵਿੱਚ they have the quality. ਉਹਨਾਂ ਵਿੱਚ ਇੱਕ ਗੁਣਵੱਤਾ ਸੀ They said, we don't fear the creed of the king. ਅਤੇ ਉਹਨਾਂ ਨੇ ਆਖਿਆ ਕਿ ਅਸੀਂ ਰਾਜੇ ਦੀ ਇਸ ਸਿੱਖਿਆ ਤੋਂ, ਹੁਕਮ ਤੋਂ, ਉਸ ਦੇ ਹੁਕਮ ਤੋਂ ਨਹੀਂ ਡਰਦੇ, We don't fear. ਅਸੀਂ ਉਸ ਤੋਂ ਨਹੀਂ ਡਰਦੇ, We fear only Almighty God. ਅਸੀਂ ਸਿਰਫ ਆਪਣੇ ਖੁਦਾ ਤੋਂ ਡਰਦੇ ਹਾਂ, We fear only Creator. ਅਸੀਂ ਸਿਰਫ ਸਾਡੇ ਬਣਾਉਣ ਵਾਲੇ ਤੋਂ ਡਰਦੇ ਹਾਂ। That's the quality of today's believer. ਅਤੇ ਇਹੀ ਹੈ ਅੱਜ ਦੇ ਵਿਸ਼ਵਾਸੀ ਦੀ We ਗੁਣਵੱਤਾ। don't fear from anybody. ਤੁਸੀਂ ਕਿਸੇ ਤੋਂ ਨਹੀਂ ਡਰਦੇ, We fear only the living God ਅਸੀਂ ਸਿਰਫ ਜਿਉਂਦੇ ਖੁਦਾ ਤੋਂ ਡਰਦੇ ਹਾਂ, who is risen from the dead. ਜੋ ਕਿ ਮੁਰਦਿਆਂ ਵਿੱਚੋਂ ਜੀ ਉਠਿਆ। Yeah. ਆਮੇਨ। I am enjoying the presence of God. ਮੈਂ ਖੁਦਾ ਦੀ ਉਪਸਥਿਤੀ ਦਾ ਆਨੰਦ ਲੈ ਰਿਹਾ I ਹਾਂ। am feeling more religious. ਮੈਂ ਬੜਾ ਧਰਮੀ ਮਹਿਸੂਸ ਕਰ ਰਿਹਾ I ਹਾਂ। am feeling the Spirit of God is moving among you. ਮੈਂ ਖੁਦਾ ਦੇ ਆਤਮਾ ਨੂੰ ਤੁਹਾਡੇ ਤੇ ਬਹਿੰਦਾ ਮਹਿਸੂਸ ਕਰ ਰਿਹਾ ਹਾਂ। If you submit yourself to Him, ਅਤੇ ਜੇਕਰ ਤੁਸੀਂ ਆਪਣੇ ਆਪ ਨੂੰ ਉਸ ਦੇ ਅੱਗੇ ਦੇ ਦਿਓ, ਅਧੀਨ ਕਰ ਦੋ, ਉਸ ਦੇ ਅਧੀਨ ਕਰ ਦਿਓ, you will feel His touch in your life. ਤਾਂ ਤੁਸੀਂ ਆਪਣੇ ਜੀਵਨ ਵਿੱਚ ਉਸ ਦਾ ਸਪਰਸ਼ ਮਹਿਸੂਸ ਕਰੋਗੇ। This time you will be blessed with the revelation, ਅਤੇ ਇਸ ਸਮੇਂ ਤੁਸੀਂ ਪ੍ਰਕਾਸ਼ਨ ਪਾਓਗੇ, which is the most and very big need of the bride. ਜੋ ਕਿ ਦੁਲਹਨ ਦੀ ਅੱਜ ਸਭ ਤੋਂ ਵੱਡੀ ਜ਼ਰੂਰਤ ਹੈ। What is that? ਉਹ ਕੀ ਹੈ? It's not the divine healing. ਇਹ ਰੱਬੀ ਚੰਗਾਈ ਨਹੀਂ ਹੈ, It's the supernatural healing. ਇਹ ਹੈ ਅਲੌਕਿਕ ਚੰਗਾਈ। Listen carefully. ਧਿਆਨ ਨਾਲ ਸੁਣੋ। Therefore, man being born again, his spirit has been changed, and he become a part of God. ਇਸ ਲਈ ਮਨੁੱਖ ਜਦੋਂ ਨਵਾਂ ਜਨਮ ਪਾਉਂਦਾ ਹੈ ਤਾਂ ਉਹ ਖੁਦਾ ਦਾ ਹਿੱਸਾ ਬਣ ਜਾਂਦਾ ਹੈ। In so much that he is a son of God. ਇੰਨਾ ਵਧੇਕ ਕਿ ਉਹ ਖੁਦਾ ਦਾ ਪੁੱਤਰ ਬਣ ਜਾਂਦਾ ਹੈ। And he is just as eternal as God is eternal. ਅਤੇ ਉਹ ਓਨਾ ਹੀ ਅਨੰਤ ਹੁੰਦਾ ਹੈ ਜਿੰਨਾ ਖੁਦਾ ਅਨੰਤ ਹੈ। Because he is a part of God. ਕਿਉਂ ਜੋ ਉਹ ਖੁਦਾ ਦਾ ਹਿੱਸਾ ਹੈ। By his spiritual birth. ਆਪਣੇ ਆਤਮਿਕ ਜਨਮ ਦੇ ਦੁਆਰਾ।